ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਆਏ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਡਾਕਟਰ ਸਾਹਿਬ ਵੈਲਕਮ ਟੂ ਆਵਰ ਸ਼ੋ। ਥੈਂਕ ਯੂ। ਐਂਡ ਡਾਕਟਰ ਸਾਹਿਬ ਅੱਜ 22 ਜੁਲਾਈ 2013 7 ਸਾਵਨ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦਾ ਸਿਲਸਿਲਾ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ, ਫੋਨ ਮੈਸੇजेस, ਟੈਕਸਟ ਮੈਸੇजेस, ਟਵਿੱਟਰ ਮੈਸੇजेस ਅਤੇ ਫੇਸਬੁੱਕ ਮੈਸੇਜ ਦੇ ਨਾਲ ਕਰਦੇ ਹਾਂ। ਤੇ ਸਾਡੀ ਪਹਿਲੀ ਈਮੇਲ ਐਡਮਿੰਟਨ ਅਲਬਰਟਾ ਕੈਨੇਡਾ ਤੋਂ ਵੀਰ ਗੁਰਪਾਲ ਸਿੰਘ ਸਾਹੀ ਜੀ ਦੀ ਹੈ। ਇਹ ਲਿਖਦੇ ਹਨ, ਡਾਕਟਰ ਸਾਹਿਬ ਗੁਰਫਤਿਹ। ਮੈਂ 1 ਸਾਲ ਪਹਿਲਾਂ ਹੀ ਕੈਨੇਡਾ ਵਿੱਚ ਆਇਆ ਹਾਂ। ਮੇਰੀ ਉਮਰ 20 ਸਾਲ ਦੀ ਹੈ। ਮੇਰੀ ਸਿੱਖ ਮਸਲਿਆਂ ਵਿੱਚ ਕਾਫੀ ਰੁਚੀ ਹੈ, ਖਾਸ ਕਰਕੇ ਸੰਤ ਭਿੰਡਰਾਂਵਾਲੇ ਵੱਲੋਂ ਸ਼ੁਰੂ ਕੀਤੇ ਸੰਘਰਸ਼ ਬਾਰੇ ਜਾਣਕਾਰੀ ਹਾਸਲ ਕਰਨ ਦੀ ਸਦਾ ਹੀ ਇੱਛਾ ਰਹੀ ਹੈ। ਅਕਸਰ ਹੀ ਖਾਲਿਸਤਾਨ ਦੇ ਮੁੱਦੇ ਤੇ ਸਾਥੀਆਂ ਨਾਲ ਵਿਚਾਰ ਚਰਚਾ ਵੀ ਕਰਦੇ ਰਹਿੰਦੇ ਹਾਂ। ਮਨ ਹੀ ਮਨ ਵਿੱਚ ਕਈ ਸਵਾਲ ਉੱਠਦੇ ਤੇ ਜਵਾਬ ਸੁਝਦੇ ਰਹਿੰਦੇ ਹਨ। ਪਰ ਇੱਕ ਸਵਾਲ ਜੋ ਇੱਕ ਇੰਟਰਵਿਊ ਵਿੱਚ ਸਾਬਕਾ ਖਾਲਿਸਤਾਨੀ ਰਣਜੀਤ ਸਿੰਘ ਕੁੱਕੀ ਨੇ ਉਠਾਇਆ ਸੀ, ਮੈਂ ਆਪ ਜੀ ਤੋਂ ਉਸ ਦਾ ਜਵਾਬ ਜਾਣਨਾ ਚਾਹੁੰਦਾ ਹਾਂ। ਉਸ ਦਾ ਕਹਿਣਾ ਸੀ ਕਿ ਪੰਜਾਬ ਨਾਲ ਧੱਕਾ ਤਾਂ ਹੋਇਆ, ਪਰ ਇਸ ਦਾ ਮਤਲਬ ਇਹ ਨਹੀਂ ਕਿ ਸਾਨੂੰ ਵੱਖਰਾ ਦੇਸ਼ ਚਾਹੀਦਾ ਹੈ। ਕੱਲ੍ਹ ਨੂੰ ਮਾਲਵੇ ਵਾਲੇ ਕਹਿਣਗੇ ਕਿ ਸਾਡੇ ਨਾਲ ਦੁਆਬੇ ਵਾਲੇ ਜਾਂ ਮਾਝੇ ਵਾਲੇ ਧੱਕਾ ਕਰਦੇ ਹਨ, ਸਾਨੂੰ ਵੀ ਵੱਖਰਾ ਦੇਸ਼ ਚਾਹੀਦਾ ਹੈ। ਜਵਾਬ ਜ਼ਰੂਰ ਦੇਣਾ। ਤੁਹਾਡਾ ਸ਼ੁਭ ਚਿੰਤਕ। ਹਾਂ ਡਾਕਟਰ ਸਾਹਿਬ। ਸਭ ਤੋਂ ਪਹਿਲਾਂ ਤਾਂ ਵੀਰ ਗੁਰਪਾਲ ਸਿੰਘ, ਕੀ ਨਾਮ ਹੈ ਇਹਨਾਂ ਦਾ? ਇਹਨਾਂ ਦਾ ਨਾਮ ਹੈ ਗੁਰਪਾਲ ਸਿੰਘ ਸਾਹੀ। ਗੁਰਪਾਲ ਸਿੰਘ ਸਾਹੀ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਐਡਮਿੰਟਨ, ਜਿਹੜਾ ਕਿ ਅਲਬਰਟਾ ਦਾ ਪ੍ਰਮੁੱਖ ਸ਼ਹਿਰ ਹੈ, ਰਾਜਧਾਨੀ ਅਲਬਰਟਾ ਦੀ ਜੀ, ਕੈਨੇਡਾ ਦੇਸ਼ ਹੈ, ਉਸ ਤੋਂ ਲਿਖਿਆ ਜੀ। ਮੈਨੂੰ ਖੁਸ਼ੀ ਹੁੰਦੀ ਹੈ ਵੀ ਜਦੋਂ ਅਸੀਂ ਦੇਖਦੇ ਹਾਂ ਕਿ ਬੜੀ ਯੰਗ ਉਮਰ ਦੇ ਸਾਡੇ ਬੱਚੇ ਜੀ 20 ਸਾਲ 21 ਸਾਲ 22 ਸਾਲ ਜਿਹੜੇ ਆਪਣੀ ਐਜੂਕੇਸ਼ਨ ਦੇ ਵਿੱਚ ਨੇ, ਔਰ ਇਹੀ ਉਮਰ ਹੁੰਦੀ ਹੈ ਜਿਹਦੇ 'ਚ ਅਸਲ ਵਿੱਚ ਜਿਹੜੇ ਰੈਵੋਲੂਸ਼ਨਰੀ ਥਾਟ ਨੇ ਜਾਂ ਕ੍ਰਾਂਤੀ ਦੇ ਵਿਚਾਰ ਨੇ, ਤਬਦੀਲੀ ਦੇ ਵਿਚਾਰ ਨੇ ਜੀ, ਉਹ ਪੁਖਤਾ ਹੁੰਦੇ ਨੇ। ਤੇ ਇਹੀ ਉਮਰ ਵਾਲੇ ਜਿਹੜੇ ਨੇ ਅਲਟੀਮੇਟਲੀ ਤਬਦੀਲੀ ਵੀ ਲਿਆਉਂਦੇ ਨੇ ਜੀ। ਬਜ਼ੁਰਗ ਉਮਰ ਤੱਕ ਪਹੁੰਚਦੇ ਆ ਤੇ ਬਹੁਤ ਵਾਰ ਤੁਸੀਂ ਆਰਮ ਚੇਅਰ ਫਿਲਾਸਫਰ ਬਣ ਜਾਂਦੇ ਹੋ, ਆਰਾਮ ਦੀਆਂ ਕੁਰਸੀਆਂ ਤੇ ਬੈਠ ਕੇ ਏਅਰ ਕੰਡੀਸ਼ਨ ਕਮਰਿਆਂ 'ਚ ਗੱਲਾਂ ਹੀ ਕਰ ਸਕਦੇ ਹੋ ਜੀ ਜੀ, ਜਾਂ ਥੋੜੀ ਬਹੁਤ ਗਾਈਡਲਾਈਨ ਦੇ ਸਕਦੇ ਹੋ। ਤਬਦੀਲੀ ਜਿਹੜੀ ਆ ਉਹ ਇਸ ਉਮਰ ਵਾਲਿਆਂ ਦੇ ਕੋਲ ਹੁੰਦੀ ਹੈ, ਔਰ ਮੈਂ ਦੇਖਦਾ ਹਾਂ ਵੀ ਗਲੋਬਲੀ ਜੀ ਜੀ ਦੁਨੀਆ ਭਰ ਚੋਂ ਇਸ ਏਜ ਗਰੁੱਪ ਦੇ ਸਿੰਘ ਜਿਹੜੇ ਨੇ ਉਹ ਪੂਰੀ ਦਿਲਚਸਪੀ ਲੈਂਦੇ ਨੇ ਜੀ। ਔਰ ਜਿਵੇਂ ਇਹਨਾਂ ਨੇ ਵੀ ਕਿਹਾ ਕਿ ਉਹਨਾਂ ਦੀ ਦਿਲਚਸਪੀ ਹੈ ਸੰਤ ਭਿੰਡਰਾਂ ਵਾਲਿਆਂ ਦੀ ਸ਼ਖਸੀਅਤ ਤੋਂ, ਉਹ ਬਹੁਤ ਮੁਤਾਸਰ ਨੇ ਜੀ, ਉਹਨਾਂ ਬਾਰੇ ਵੱਧ ਤੋਂ ਵੱਧ ਜਾਣਨਾ ਚਾਹੁੰਦੇ ਨੇ ਜੀ। ਨਾਲ ਹੀ ਸੰਘਰਸ਼ ਬਾਰੇ ਵੀ ਜਿਵੇਂ ਉਹਨਾਂ ਨੇ ਕਿਹਾ ਕਿ ਆਪਣੇ ਸਾਥੀਆਂ ਨਾਲ ਵੀ ਵਿਚਾਰ ਕਰਦੇ ਨੇ। ਜ਼ਾਹਰ ਹੈ ਵੀ ਉਹਨਾਂ ਵਰਗੀ ਸੋਚ ਵਾਲੇ ਹੀ ਉਹਨਾਂ ਦੇ ਸਾਥੀ ਤੇ ਦੋਸਤ ਵੀ ਹੋਣਗੇ ਜੀ ਜੀ। ਤੇ ਜਿਹੜਾ ਉਹਨਾਂ ਦਾ ਸਵਾਲ ਹੈ, ਹਾਲਾਂਕਿ ਅਸੀਂ ਆਪਣੇ ਇੱਕ ਪ੍ਰੀਵੀਅਸ ਸੈਗਮੈਂਟ ਦੇ ਵਿੱਚ ਇਸ ਦਾ ਜਵਾਬ ਦੇ ਚੁੱਕੇ ਹਾਂ ਬੜੇ ਵੇਰਵੇ ਦੇ ਨਾਲ ਜੀ, ਕਿਉਂਕਿ ਉਸੇ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਖਾਲਿਸਤਾਨ ਇੱਕ ਭੁਲੇਖਾ ਹੈ ਜੀ। ਤੇ ਜੇ ਇਹ ਵੀਰ ਚਾਹਣ ਗੂਗਲ ਸਰਚ ਕਰ ਸਕਦੇ ਨੇ ਕਿ ਇਜ਼ ਖਾਲਿਸਤਾਨ ਐਨ ਇਲੂਜ਼ਨ ਜੀ, ਔਰ ਮੇਰਾ ਨਾਮ ਪਾ ਕੇ ਤੇ ਉਹਦੇ ਚੋਂ ਉਸ ਵੇਰਵੇ ਨੂੰ ਡਿਟੇਲ ਸੁਣ ਸਕਦੇ ਨੇ ਜੀ ਜੀ। ਪਰ ਫਿਰ ਵੀ ਕਿਉਂਕਿ ਉਹਨਾਂ ਨੇ ਸਪੈਸੀਫਿਕਲੀ ਸਵਾਲ ਲਿਖਿਆ ਜੀ, ਔਰ ਉਸੇ 'ਚ ਹੀ ਜਿਸ 'ਚ ਉਹਨਾਂ ਨੇ ਇੰਟਰਵਿਊ ਦਿੱਤਾ ਹੈ, ਵੈਸੇ ਤਾਂ ਇਹਨਾਂ ਨੇ ਵੀਰ ਨੇ ਖੁਦ ਹੀ ਜਿਹੜਾ ਉਹਨਾਂ ਨੂੰ ਸਾਬਕਾ ਖਾਲਿਸਤਾਨੀ ਕਿਹਾ ਜੀ ਜੀ। ਸੋ ਜ਼ਾਹਰ ਹੈ ਵੀ ਇਹ ਵੀ ਸਮਝਦੇ ਨੇ ਵੀ ਉਹ ਖਾਲਿਸਤਾਨੀ ਤਾਂ ਜ਼ਰੂਰ ਨੇ ਪਰ ਸਾਬਕਾ ਨੇ ਜੀ ਜੀ। ਤੇ ਜਦੋਂ ਫਿਰ ਕੋਈ ਸਾਬਕਾ ਹੋ ਜਾਂਦਾ ਹੈ ਤਾਂ ਜ਼ਾਹਰ ਹੈ ਕਿ ਜਿਹੜਾ ਸਾਬਕਾ ਹੋਣ ਦੇ ਆਪਣੇ ਕਾਰਨ ਨੇ ਅਸਲੀ, ਉਹਨਾਂ ਤੋਂ ਪਾਸੇ ਜਾ ਕੇ ਫਿਰ ਜਿਹੜਾ ਕਨਸੈਪਟ ਹੁੰਦਾ ਹੈ ਜੀ ਉਹਦੇ ਨਾਲ ਛੇੜਛਾੜ ਕਰਦਾ ਹੈ ਜੀ, ਤਾਂ ਕਿ ਜਸਟੀਫਾਈ ਕਰ ਸਕੇ ਬੰਦਾ, ਨਿਆਂ ਸੰਗਤ ਠਹਿਰਾ ਸਕੇ ਕਿ ਜੀ ਮੈਂ ਕਿਉਂ ਸਾਬਕਾ ਹੋ ਗਿਆ ਜੀ ਜੀ। ਸੋ ਇਹ ਤਾਂ ਆਰਗੂਮੈਂਟ ਬੜਾ ਬਚਕਾਨਾ ਹੈ ਕਿਉਂਕਿ ਅਜੇ ਹੋਰ ਜੇ ਕੋਈ ਆਰਗੂਮੈਂਟ ਖਾਲਿਸਤਾਨ ਦੀ ਕਾਇਮੀ ਜਾਂ ਤਾਮੀਰ ਦੇ ਖਿਲਾਫ ਆਏ ਜੀ, ਜਿਹਦਾ ਭਾਰ ਹੋਏ ਤਾਂ ਉਸ ਦੀ ਚਰਚਾ ਕਰਨੀ ਵੀ ਬਣਦੀ ਹੈ ਜੀ। ਜਿਵੇਂ ਅਸੀਂ ਦੇਖਦੇ ਹਾਂ ਵੱਖ-ਵੱਖ ਦਿਨਾਂ ਦੇ ਵਿੱਚ ਕਿਸੇ ਨੂੰ ਬੰਦਰਗਾਹ ਦੀ ਪ੍ਰੋਬਲਮ ਹੁੰਦੀ ਹੈ, ਕਿਸੇ ਨੂੰ ਇਹ ਲੱਗਦਾ ਹੈ ਵੀ ਇੰਡੀਆ ਪਾਕਿਸਤਾਨ ਦੋਨੋਂ ਬਹੁਤ ਸਟਰੋਂਗ ਹੋਣਗੇ, ਨਿਊਕਲੀਅਰ ਨੇ ਜੀ, ਉਹਨਾਂ 'ਚ ਸਾਡੀ ਕਿਵੇਂ ਸਰਵਾਈਵਲ ਹੋਏਗੀ ਜੀ ਜੀ, ਜਾਂ ਸਾਡੇ ਬਾਰਡਰ ਕਿਵੇਂ ਸਿਕਿਉਰ ਹੋਣਗੇ। ਜਾਂ ਕੁਝ ਸਮਾਂ ਪਹਿਲਾਂ ਇੱਕ ਵੀਰ ਨੇ ਲਿਖਿਆ ਸੀ ਜੀ ਕਿ ਵੀ ਜਿਹੜੀਆਂ ਦੋਨਾਂ ਦੇਸ਼ਾਂ ਦੀਆਂ ਖੁਫੀਆ ਏਜੰਸੀਆਂ ਨੇ ਉਹ ਇੰਨੀਆਂ ਉਹਨਾਂ ਕੋਲ ਹੁਣ ਪਿਛਲੇ 66 ਸਾਲ ਤੋਂ
ਇੱਕ ਪਾਸੇ KGB ਟ੍ਰੇਨਡ ਏਜੰਸੀ ਹੈ, ਇੱਕ ਪਾਸੇ CIA ਟ੍ਰੇਨਡ ਏਜੰਸੀ ਹੈ ਜੀ ਕਿ ਉਹ ਤਾਂ ਸਾਡੇ ਮੁਲਕ 'ਚ ਗੜਬੜ ਕਰਵਾਉਂਦੇ ਰਹਿਣਗੇ। ਜੀ ਜੀ ਸੋ ਇਸ ਕਿਸਮ ਦੇ ਨੁਕਤੇ ਨੂੰ ਦੇਖਣਾ, ਸੁਣਨਾ, ਸਮਝਣਾ ਜਾਂ ਉਹਦਾ ਜਵਾਬ ਦੇਣਾ ਤਾਂ ਸਮਝ ਆਉਂਦਾ ਹੈ। ਜੀ ਪਰ ਜੇ ਹੁਣ ਵੀਰ ਨੂੰ ਇਹ ਲੱਗਦਾ ਹੈ ਕਿ ਵੀ ਜਿਹੜੀ ਖਾਲਿਸਤਾਨ ਦੀ ਕਾਇਮੀ ਹੈ, ਇੱਕ ਛੋਟਾ ਜਿਹਾ ਖਿੱਤਾ ਵੀ ਉਹਦੇ 'ਚ ਮਾਝਾ, ਮਾਲਵਾ, ਦੁਆਬਾ ਆਪਣੇ ਅੱਡ ਦੇਸ਼ ਮੰਗਣਗੇ, ਜੀ ਸੋ ਮੈਂ ਸਮਝਦਾ ਵੀ ਇਹ ਤਾਂ ਇਸ ਗੱਲ ਦਾ ਹੀ ਸਬੂਤ ਹੈ ਵੀ ਕਿਵੇਂ ਉਹਨਾਂ ਦਾ ਆਪਣਾ ਵਿਸ਼ਵਾਸ ਥਿੜਕ ਗਿਆ ਜੀ ਤੇ ਕਿਵੇਂ ਉਸ ਹੁਣ ਥਿੜਕੇ ਵਿਸ਼ਵਾਸ ਨੂੰ ਉਹ ਜਸਟੀਫਾਈ ਕਰਨ ਦੇ ਲਈ ਇਸ ਕਿਸਮ ਦੀਆਂ ਗੱਲਾਂ ਕਰਦੇ ਨੇ। ਜੀ ਦੇਖੋ, ਇਸ 'ਚ ਤਾਂ ਕੋਈ ਸ਼ੱਕ ਨਹੀਂ ਹੈ। ਆਮ ਸਾਡੇ ਫੋਕਲੋਰ ਜਾਂ ਲੋਕ ਯਾਦਾਂ ਦੇ ਵਿੱਚ ਕਿਹਾ ਜਾਂਦਾ ਹੈ ਜੀ, ਸੱਤ ਕੋਹ ਤੇ ਬੋਲੀ ਬਦਲ ਜਾਂਦੀ ਹੈ। ਜੀ ਹੁਣ ਜ਼ਾਹਰ ਹੈ ਮਾਝਾ ਵੀ, ਜੇ ਤੁਸੀਂ ਗੁਰਦਾਸਪੁਰ ਤੇ ਅੰਮ੍ਰਿਤਸਰ ਮਾਝੇ ਦਾ ਸੈਂਟਰ ਹੈ ਜੀ, ਲਾਹੌਰ ਪਾਕਿਸਤਾਨ 'ਚ, ਤੇ ਉਹਦੇ 'ਚ ਤੁਹਾਨੂੰ ਅੰਮ੍ਰਿਤਸਰ ਤੇ ਗੁਰਦਾਸਪੁਰ ਦੀ ਵੀ ਬੋਲੀ ਵੱਖਰੀ ਲੱਗੇਗੀ, ਹਾਲਾਂਕਿ ਦੋਨੋਂ ਮਾਝੇ 'ਚ ਨੇ। ਜੀ ਜੀ ਇਸੇ ਤਰ੍ਹਾਂ ਜੇ ਦੁਆਬੇ 'ਚ ਅਸੀਂ ਹੁਸ਼ਿਆਰਪੁਰ, ਜਲੰਧਰ, ਕਪੂਰਥਲਾ ਦਾ ਕੁਝ ਹਿੱਸਾ ਦੇਖਦੇ ਹਾਂ ਤੇ ਤੁਹਾਨੂੰ ਹੁਸ਼ਿਆਰਪੁਰੀਆਂ ਦੀ ਬੋਲੀ ਕਪੂਰਥਲੇ ਦੀ ਬੋਲੀ ਵਾਲਿਆਂ ਨਾਲੋਂ ਵੱਖਰੀ ਲੱਗੇਗੀ। ਜੀ ਬਿਲਕੁਲ। ਉਹਨਾਂ ਦਾ ਪ੍ਰਭਾਵ ਉਧਰ ਫਿਰੋਜ਼ਪੁਰ ਵੱਲ ਚਲਾ ਜਾਂਦਾ ਹੈ, ਇੱਧਰ ਅੰਮ੍ਰਿਤਸਰ ਵੱਲ ਚਲਾ ਜਾਂਦਾ ਹੈ। ਜੀ ਇਸੇ ਤਰ੍ਹਾਂ ਬੇਸ਼ੱਕ ਸਤਲੁਜ ਪਾਰ ਲੁਧਿਆਣਾ ਮਾਲਵੇ ਦੇ ਵਿੱਚ ਵੱਜਦਾ ਹੈ, ਪਰ ਮਾਲਵੇ ਦੇ ਹੀ ਆਪਣੇ ਖਿੱਤੇ ਲੁਧਿਆਣੇ ਵਾਲਿਆਂ ਦੀ ਬੋਲੀ ਬਠਿੰਡੇ ਵਾਲਿਆਂ ਨਾਲੋਂ ਵੱਖਰੀ ਹੈ, ਬਠਿੰਡੇ ਵਾਲਿਆਂ ਦੀ ਸੰਗਰੂਰ ਵਾਲਿਆਂ ਨਾਲੋਂ ਵੱਖਰੀ ਹੈ। ਹਾਲਾਂ ਬੇਸ਼ੱਕ ਨਾਲ ਲੱਗਦੇ ਨੇ। ਪਟਿਆਲਵੀ ਜਿਹੜੀ ਹੈ ਉਹਨਾਂ ਦੀ ਜਿਹੜੀ ਪੁਆਂਦੀ, ਜਿਹਨੂੰ ਰੋਪੜ ਰੀਜਨ ਕਹਿੰਦੇ ਨੇ, ਉਹਨਾਂ ਦੇ ਕੁਝ ਵਰਡ ਇੱਧਰ ਲੁਧਿਆਣੇ ਨਾਲ ਮਿਲਦੇ ਨੇ, ਕੁਝ ਜਾ ਕੇ ਕੁਝ ਰੋਪੜ ਨਾਲ ਮਿਲਦੇ ਨੇ। ਜੀ ਸੋ ਹੁਣ ਇਹ ਤਾਂ ਨਹੀਂ ਹੈ ਕਿ ਵੀ ਜੇ ਬੋਲੀ ਦਾ ਕਿਤੇ ਥੋੜਾ ਬਹੁਤ ਵਖਰੇਵਾਂ ਹੈ ਤੇ ਉਹ ਆਪਸ ਵਿੱਚ ਲੜ ਰਹੇ ਹੁੰਦੇ ਨੇ। ਜੀ ਜੀ ਅਲਟੀਮੇਟਲੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮਾਝਾ, ਮਾਲਵਾ, ਦੁਆਬਾ ਇਹ ਸਾਡੇ, ਔਰ ਪੁਆਂਦ ਜਿਹਦੇ 'ਚ ਰੋਪੜ ਔਰ ਦੂਜਾ ਪਹਾੜੀ ਇਲਾਕਾ ਆ ਜਾਂਦਾ ਹੈ ਜੀ, ਇਹਨਾਂ ਦੀ ਬੋਲੀ 'ਚ ਵੀ ਥੋੜਾ ਬਹੁਤ ਵਖਰੇਵਾਂ ਹੈ। ਇਹਨਾਂ ਦੇ ਇਤਿਹਾਸਕ ਪਰਿਖੇਪ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਬੜੇ ਯੋਧੇ ਦਿੱਤੇ ਨੇ। ਸਿੱਖ ਮਿਸਲਾਂ ਦੇ ਵਿੱਚ ਜਿਹੜੀਆਂ 12 ਮਿਸਲਾਂ ਸਨ, ਇਹ ਸਾਰੇ ਇਲਾਕੇ ਸ਼ਾਮਲ ਸਨ ਉਹਦੇ 'ਚ। ਜੀ ਪਰ ਮੁੱਢਲੇ ਵਿਸ਼ਵਾਸ ਤਾਂ ਸਿੱਖੀ ਵਿਸ਼ਵਾਸ ਨੇ, ਜਿਨ੍ਹਾਂ ਦੇ ਉੱਤੇ ਸਾਡਾ ਖਾਲਿਸਤਾਨ ਦਾ ਕਾਨਸੈਪਟ ਵੀ ਔਰ ਸਿੱਖੀ ਦਾ ਕਾਨਸੈਪਟ ਵੀ ਖੜਾ ਹੈ। ਜੀ ਜੇ ਹਰਮੰਦਰ ਸਾਹਿਬ ਔਰ ਅਕਾਲ ਤਖਤ ਸਾਹਿਬ ਮਾਝੇ ਦੇ ਸੈਂਟਰ 'ਚ ਹੈ ਤੇ ਅਨੰਦਪੁਰ ਸਾਹਿਬ ਜਿੱਥੇ ਖਾਲਸੇ ਦੀ ਸਾਜਨਾ ਹੁੰਦੀ ਹੈ ਉਹ ਦੁਆਬਾ ਔਰ ਪੁਆਂਦੀ ਦੇ ਵਿੱਚ ਹੈ। ਜੀ ਜੇ ਅਸੀਂ ਮਾਲਵਾ ਰੀਜਨ ਦੇਖੀਏ ਤਾਂ ਸਾਡਾ ਤਖਤ ਦਮਦਮਾ ਸਾਹਿਬ ਮਾਲਵੇ ਦੇ ਵਿੱਚ ਹੈ, ਕੇਸਗੜ੍ਹ ਸਾਹਿਬ ਦੁਆਬੇ ਦੇ ਵਿੱਚ ਹੈ, ਅਕਾਲ ਤਖਤ ਸਾਹਿਬ ਮਾਝੇ ਦੇ ਵਿੱਚ ਹੈ। ਜੀ 10ਵੇਂ ਪਾਤਸ਼ਾਹ ਨਾਲ ਸੰਬੰਧਿਤ ਬਹੁਤੇ ਇਤਿਹਾਸਕ ਗੁਰਦੁਆਰੇ, ਕਿਉਂਕਿ ਉਹਨਾਂ ਨੇ ਚਮਕੌਰ, ਮਾਛੀਵਾੜਾ ਤੇ ਫਿਰ ਦਮਦਮਾ ਸਾਹਿਬ ਤੱਕ ਉਹ ਸਾਰਾ ਸਫ਼ਰ ਕੀਤਾ। ਉਹ ਪੈਰ ਤੇ ਗੁਰਦੁਆਰੇ ਨੇ 10ਵੇਂ ਪਾਤਸ਼ਾਹ ਦੇ। ਜੇ ਯੋਧਿਆਂ ਦੀ ਗੱਲ ਕਰੀਏ, ਬਾਬਾ ਦੀਪ ਸਿੰਘ ਪਹੂਵਿੰਡ ਅੰਮ੍ਰਿਤਸਰ ਜ਼ਿਲ੍ਹੇ 'ਚ ਉਹਨਾਂ ਦਾ ਜਨਮ ਹੁੰਦਾ ਤੇ ਜਾ ਕੇ ਪ੍ਰਵਾਨ ਉਹ ਅੰਮ੍ਰਿਤ ਅਨੰਦਪੁਰ ਸਾਹਿਬ ਛਕਦੇ ਨੇ ਦੁਆਬੇ 'ਚ, ਜੀਵਨ ਦਮਦਮਾ ਸਾਹਿਬ 'ਚ ਗੁਜ਼ਾਰਦੇ ਨੇ, ਸ਼ਹਾਦਤ ਆ ਕੇ ਉਹ ਅਕਾਲ ਤਖਤ ਤੇ ਦਿੰਦੇ ਨੇ। ਜੀ ਇਸੇ ਤਰ੍ਹਾਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਨੇ। ਜੀ ਜੀ ਪਿੰਡ ਉਹਨਾਂ ਦਾ ਰੋਡੇ ਹੈ ਮਾਲਵੇ ਦੇ ਵਿੱਚ, ਤੇ ਉਹਨਾਂ ਦੇ ਸਭ ਤੋਂ ਪਹਿਲਾਂ ਜਿਹੜੇ ਜ਼ਿਆਦਾ ਜਿਨ੍ਹਾਂ ਨੇ ਜੁਝਾਰੂ ਪਾਰਟ ਲਏ ਉਹਨਾਂ 'ਚ ਬਹੁਤ ਸਾਰੇ ਮਾਝੇ ਦੇ ਸਿੰਘ ਸਨ। ਜੀ ਪਰ ਅਲਟੀਮੇਟਲੀ ਸੰਤ ਪਿੰਡਰਾਂ ਵਾਲੇ ਅੱਜ ਇੰਟਰਨੈਸ਼ਨਲੀ 20ਵੀਂ ਸਦੀ ਦੇ ਮਹਾਨ ਸਿੱਖ ਨੇ, ਸਮੁੱਚੀ ਕੌਮ ਨੇ ਜੀ ਉਹਨਾਂ ਨੂੰ ਇਹ ਲਕਬ ਦਿੱਤਾ ਹੈ। ਜੀ ਸੋ ਇਸ ਕਿਸਮ ਦੀ ਈਵਨ ਸੋਚ ਵੀ ਰੱਖਣੀ। ਜੀ ਇੱਕ ਜ਼ਮਾਨਾ ਸੀ ਕਿ ਕਦੇ ਰਿਸ਼ਤੇ ਕਰਨ ਲੱਗਿਆਂ ਜਾਂ ਦੂਜੇ, ਉਹ ਤਾਂ ਵੈਸੇ ਹੀ 10 ਮੀਲ ਦੂਰ ਨਹੀਂ ਸੀ ਕਰਦੇ, ਰਾਹ 'ਚ ਨਾਲਾ ਪੈ ਜਾਂਦਾ ਸੀ ਤੇ ਕਹਿੰਦੇ ਸੀ ਜੇ ਨਾਲੇ ਪਾਰ ਕੁੜੀ ਨੂੰ ਭੇਜਾਂਗੇ ਕਿਦੋਂ। ਉਦੋਂ ਟਰਾਂਸਪੋਰਟੇਸ਼ਨ ਦੇ ਸਾਧਨ ਨਹੀਂ ਸੀ, ਕਲਚਰ ਦਾ ਉਸ ਕਿਸਮ ਦਾ ਪ੍ਰਭਾਵ ਸੀ। ਜੀ ਅੱਜ ਤਾਂ ਇਸ ਕਿਸਮ ਦਾ ਕੋਈ ਪਾਰਟ ਨਹੀਂ ਹੈ। ਦੁਨੀਆ ਇੱਕ ਗਲੋਬਲ ਵਿਲੇਜ ਹੈ। ਉਹੀ ਮਾਝਾ, ਮਾਲਵਾ, ਦੁਆਬਾ ਬਾਹਰ ਸਾਰੇ ਇਕੱਠੇ ਨੇ। ਜੀ ਜੀ ਉੱਥੇ ਵੀ ਉਹ ਕਿੰਨਾ ਸਾਰਾ ਪੰਜਾਬ ਤੁਸੀਂ 5 ਘੰਟੇ 'ਚ ਕਾਰ ਦੇ ਵਿੱਚ ਜਿਹੜਾ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਚਲੇ ਜਾਂਦੇ ਹੋ। ਜੀ ਜੀ ਸੋ ਇਹ ਆਰਗੂਮੈਂਟ ਲੈ ਕੇ ਕਿ ਜੀ ਕੱਲ ਨੂੰ ਉਹ ਵੀ ਮੰਗਣਗੇ, ਪਹਿਲੀ ਗੱਲ ਤਾਂ ਇਹ ਹੈ। ਔਰ ਦੂਸਰੀ ਗੱਲ ਉਹਨਾਂ ਨੇ ਕਹੀ ਜੀ ਇਹ ਤਾਂ ਸਾਨੂੰ ਧੱਕੇ ਦੇ ਖਿਲਾਫ ਦੇਸ਼ 'ਚ ਰਹਿ ਕੇ ਹੀ ਸਟਰਗਲ ਕਰਨੀ ਚਾਹੀਦੀ ਹੈ। ਜੀ ਜੀ ਸਟਰਗਲ ਤਾਂ ਤੁਸੀਂ ਕਰ ਲਈ 29 ਸਾਲ, ਹੋਰ ਕੀ ਕਰ ਰਹੇ ਹੋ। ਜੀ ਜੇ ਵੀਰ ਨੇ ਵੀ ਆਪਣੀ ਜਵਾਨੀ ਸਾਰੀ ਪੰਥ ਦੇ ਸੰਘਰਸ਼ ਨੂੰ ਦਿੱਤੀ ਹੈ। ਜੀ ਜੀ ਤੇ ਉਸ ਸਾਰੇ 'ਚੋਂ ਕਿਹੜਾ ਅਸੀਂ ਧੱਕਾ ਦੂਰ ਕਰਾ ਲਿਆ ਜਾਂ ਕਿਹੜਾ 29 ਸਾਲਾਂ ਦੇ ਵਿੱਚ ਧੱਕਾ ਸਾਡਾ ਘਟ ਗਿਆ ਸਾਡੇ ਨਾਲ। ਸਗੋਂ ਇੱਕ ਤੋਂ ਬਾਅਦ ਇੱਕ ਜਿਹੜੀ ਜ਼ਿਆਦਤੀ ਹੈ ਉਹਨੇ ਸਾਨੂੰ ਇਹ ਕਨਵਿੰਸ ਕਰਵਾਇਆ ਕਿ ਵੀ ਇਹਦੇ ਬਿਨਾਂ, ਖਾਲਿਸਤਾਨ ਬਿਨਾਂ ਸਾਡਾ ਗੁਜ਼ਾਰਾ ਨਹੀਂ। ਜੀ ਸੋ ਮੈਂ ਸਮਝਦਾ ਹਾਂ ਵੀ ਇਹ ਪਾਰਟ ਇੱਕ ਕਮਜ਼ੋਰ ਗੱਲ ਹੈ। ਜੀ ਔਰ ਇਸ ਕਿਸਮ ਦਾ ਆਰਗੂਮੈਂਟ ਦੇ ਕੇ ਉਹ ਜਿਹੜੇ 1.5 ਲੱਖ ਸਾਡੇ ਸ਼ਹੀਦ ਨੇ ਇਸ ਪੀਰੀਅਡ ਦੇ,
ਔਰ ਫਿਰ ਸਾਡੇ ਯੋਧੇ ਜਿਨ੍ਹਾਂ ਦੀ ਅਸੀਂ ਇੱਕ ਪਾਸੇ ਤਾਰੀਫ ਕਰਦੇ ਹਾਂ ਸੰਤ ਪਿੰਡਾਂ ਵਾਲਿਆਂ ਦੀ ਜੀ। ਹੁਣ ਸੰਤ ਪਿੰਡਾਂ ਵਾਲੇ ਤਾਂ ਕਹਿ ਗਏ ਨੇ ਕਿ ਭਾਈ ਜਿੱਦਣ ਹਰਮੰਦਰ ਸਾਹਿਬ ਦੀ ਹਦੂਦ 'ਚ ਭਾਰਤੀ ਫੌਜ ਦੇ ਪੈਰ ਪਏ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਜੀ ਸੋ ਉਹਨਾਂ ਨੂੰ ਨਜ਼ਰ ਨਹੀਂ ਸੀ ਆਉਂਦਾ ਵੀ ਮਾਝਾ ਮਾਲਵਾ ਦੁਆਬਾ ਅੱਡ ਅੱਡ ਨੇ ਜੀ ਕਿ ਜੀ ਉਹ ਕੱਲ ਨੂੰ ਅੱਡ ਦੇਸ਼ ਨਾ ਮੰਗਣ ਲੱਗ ਜਾਣ। ਜੀ ਜੀ। ਸੋ ਮੇਰਾ ਖਿਆਲ ਹੈ ਵੀ ਜਦੋਂ ਅਸੀਂ ਆਪ ਥੜਕ ਜਾਂਦੇ ਹਾਂ ਫਿਰ ਆਪਣੀ ਥੜਕਾਹਟ ਨੂੰ ਨਿਆਂ ਸੰਗਤ ਠਹਿਰਾਉਣ ਦੇ ਲਈ ਇਸ ਕਿਸਮ ਦੀਆਂ ਕਮਜ਼ੋਰ ਗੱਲਾਂ ਕਰਦੇ ਜੀ। ਅਸੀਂ ਸਤਿਕਾਰ ਕਰਦੇ ਹਾਂ ਵੀਰ ਦਾ ਬਹੁਤ ਜ਼ਿਆਦਾ ਜੀ। ਪਰ ਜੇ ਕੌਜ਼ ਦੇ ਨਾਲ ਉਹਨਾਂ ਦੀ ਜਿਹੜੀ ਹੈ ਉਹ ਵਫਾ ਜਾਂ ਉਹਨਾਂ ਦਾ ਫੇਥ ਜੀ ਥੜਕਿਆ ਹੋਇਆ ਤਾਂ ਫਿਰ ਸਾਨੂੰ ਸੱਚ ਕਹਿਣ ਦੇ ਵਿੱਚ ਵੀ ਕੋਈ ਗੁਰੇਜ਼ ਨਹੀਂ ਹੈ। ਜੀ ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਹੁਸ਼ਿਆਰਪੁਰ ਪੰਜਾਬ ਤੋਂ ਵੀਰ ਅਮਰਜੀਤ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਮੈਂ ਪ੍ਰੋਗਰਾਮ ਸੱਚੋ ਸੱਚ ਪਿਛਲੇ 3 ਮਹੀਨੇ ਤੋਂ ਲਗਾਤਾਰਤਾ ਨਾਲ ਵੇਖ ਰਿਹਾ ਹਾਂ। ਮੈਨੂੰ ਇਹ ਬਹੁਤ ਪਸੰਦ ਹੈ ਕਿਉਂਕਿ ਇਸ ਵਿੱਚ ਗੱਲ ਹੱਕ ਤੇ ਸੱਚ ਦੀ ਹੁੰਦੀ ਹੈ। ਡਾਕਟਰ ਸਾਹਿਬ, ਮੈਂ ਸਿੱਖ ਇਤਿਹਾਸ ਨਾਲ ਕਿਵੇਂ ਜੁੜਿਆ ਇਸ ਬਾਰੇ ਮੈਂ ਆਪਣੀ ਅਗਲੀ ਈਮੇਲ 'ਚ ਲਿਖਾਂਗਾ। ਇੱਕ ਗੱਲ ਜਿਸ ਨੇ ਮੈਨੂੰ ਕਈ ਦਿਨਾਂ ਤੋਂ ਸੋਚਾਂ ਵਿੱਚ ਪਾਇਆ ਹੋਇਆ ਹੈ ਉਹ ਆਪ ਜੀ ਨਾਲ ਸਾਂਝੀ ਕਰਦਾ ਹਾਂ। ਡਾਕਟਰ ਸਾਹਿਬ, ਮੈਂ ਕੁਝ ਦਿਨ ਪਹਿਲਾਂ ਸਰਦਾਰ ਜਸਵੰਤ ਸਿੰਘ ਠੇਕੇਦਾਰ ਹੋਰਾਂ ਦੀ ਤੇ ਕੀਤੀ ਗੱਲਬਾਤ ਸੁਣੀ, ਜਿਸ ਵਿੱਚ ਉਹ ਸਾਫ਼ ਕਹਿੰਦੇ ਹਨ ਕਿ ਮਾਸਟਰ ਤਾਰਾ ਸਿੰਘ ਜੋ ਹਿੰਦੂ ਪਰਿਵਾਰ ਵਿੱਚ ਜੰਮਿਆ ਵੱਡਾ ਹੋਇਆ, ਫਿਰ ਸਿੱਖ ਬਣਿਆ ਤੇ ਦੇਸ਼ ਦੀ ਵੰਡ ਤੋਂ ਬਾਅਦ ਉਹ ਫਿਰ ਹਿੰਦੂਆਂ ਨਾਲ ਰਲ ਗਿਆ ਤੇ ਸਿੱਖ ਕੌਮ ਨੂੰ ਫਿਰ ਗੁਲਾਮ ਕਰ ਗਿਆ। ਅੱਗੇ ਜਾ ਕੇ ਉਹ ਕਹਿੰਦੇ ਹਨ ਕਿ ਜਦੋਂ ਸਿੱਖਾਂ ਨੂੰ ਆਪਣੇ ਨਾਲ ਹੋਏ ਵਿਸ਼ਵਾਸਘਾਤ ਦਾ ਅਹਿਸਾਸ ਹੋਇਆ ਤਾਂ ਸਿੱਖਾਂ ਨੇ 1949 ਨੂੰ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਇਕੱਠ ਕੀਤਾ, ਜਿਸ ਵਿੱਚ ਇੱਕ ਸਿੱਖ ਜਿਸ ਦਾ ਨਾਮ ਸ਼ੇਰ ਸਿੰਘ ਦੱਸਦੇ ਹਨ ਤੇ ਉਹ ਅੱਖਾਂ ਤੋਂ ਅੰਨ੍ਹਾ ਸੀ, ਉਹ ਮਾਈਕ ਤੇ ਜਾ ਕੇ ਆਪਣੇ ਪੱਟਾਂ ਤੇ ਹੱਥ ਮਾਰ ਕੇ ਕਹਿੰਦਾ ਕਿ ਸਿੱਖੋ, ਹਜੇ ਵੀ ਆਪਾਂ ਹਿੰਦੂਆਂ ਤੋਂ ਵੱਖ ਹੋ ਸਕਦੇ ਹਾਂ। ਬਸ 2-3 ਗਵਾਵਾਂ ਜਿਨ੍ਹਾਂ ਨੂੰ ਹਿੰਦੂ ਮਾਂ ਕਰਕੇ ਪੂਜਦੇ ਹਨ ਉਹਨਾਂ ਨੂੰ ਝਟਕਾ ਦੇਵੋ। ਬਸ 2-3 ਗਾਵਾਂ ਜਿਨ੍ਹਾਂ ਨੂੰ ਹਿੰਦੂ ਮਾਂ ਕਰਕੇ ਪੂਜਦੇ ਹਨ ਉਹਨਾਂ ਨੂੰ ਝਟਕਾ ਦੇਵੋ, ਜਿਸ ਤੋਂ ਪਤਾ ਲੱਗ ਜਾਏ ਸਿੱਖ ਵੱਖਰੇ ਹਨ ਪਰ ਮਾਸਟਰ ਤਾਰਾ ਸਿੰਘ ਇਸ ਗੱਲ ਲਈ ਰਾਜੀ ਨਹੀਂ ਹੁੰਦਾ। ਡਾਕਟਰ ਸਾਹਿਬ, ਜੇ ਇਹ ਗੱਲਾਂ ਸੱਚ ਹਨ ਤਾਂ ਮੇਰਾ ਮੰਨਣਾ ਇਹ ਹੈ ਕਿ ਮਾਸਟਰ ਤਾਰਾ ਸਿੰਘ ਜਿਸ ਕੰਮ ਲਈ ਸਿੱਖ ਬਣੇ ਸੀ ਉਹ ਪੂਰਾ ਕਰ ਗਏ ਹਨ। ਮੇਰਾ ਮਤਲਬ ਸਿੱਖਾਂ ਨੂੰ ਗੁਲਾਮ ਕਰਨ ਦਾ। ਤੁਸੀਂ ਆਪਣੇ ਵਿਚਾਰ ਜ਼ਰੂਰ ਦੇਣਾ। ਜਵਾਬ ਦੀ ਉਡੀਕ ਵਿੱਚ ਗੁਰੂ ਪੰਥ ਦਾ ਦਾਸ ਅਮਰਜੀਤ ਸਿੰਘ ਵੀ ਵਾਸੀ ਗੁਲਾਮ ਪੰਜਾਬ ਹੁਸ਼ਿਆਰਪੁਰ। ਹਾਂਜੀ ਡਾਕਟਰ ਸਾਹਿਬ। ਵੀਰ ਅਮਰਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਸਾਨੂੰ ਹੁਸ਼ਿਆਰਪੁਰ ਪੰਜਾਬ ਤੋਂ ਲਿਖਿਆ ਜੀ, ਔਰ ਉਹਨਾਂ ਨੇ ਆਪਣੇ ਨਾਲ ਵਾਸੀ ਗੁਲਾਮ ਪੰਜਾਬ ਵੀ ਲਿਖਿਆ। ਇਹ ਵੀ ਚੰਗੀ ਗੱਲ ਹੈ ਕਿ ਅਹਿਸਾਸ ਹੈ ਕਿ ਵੀ ਅਸੀਂ ਗੁਲਾਮੀ 'ਚ ਹੈ ਜੀ, ਔਰ ਜਦੋਂ ਇਹ ਅਹਿਸਾਸ ਹੋਏ ਫਿਰ ਉਸ ਲਈ ਯਤਨ ਵੀ ਹੁੰਦੇ ਨੇ ਕਿ ਵੀ ਅਸੀਂ ਆਜ਼ਾਦੀ ਵੱਲ ਆਉਣਾ। ਜੀ ਜੀ। ਉਹਨਾਂ ਨੂੰ ਪ੍ਰੋਗਰਾਮ ਸੱਚੋ ਸੱਚ ਚੰਗਾ ਲੱਗਦਾ ਹੈ, ਸੱਚ ਹੱਕ ਦੀ ਗੱਲ ਉਹਨਾਂ ਨੂੰ ਪਸੰਦ ਹੈ। ਸਾਡੇ ਲਈ ਇਹ ਇੱਕ ਖੁਸ਼ੀ ਵਾਲੀ ਗੱਲ ਹੈ, ਮਾਣ ਵਾਲੀ ਗੱਲ ਹੈ। ਜੀ ਜੀ। ਪਰ ਜਿਹੜੀ ਗੱਲ ਨੂੰ ਸੁਣ ਕੇ ਉਹ ਬੇਆਰਾਮ ਹੋਏ ਨੇ ਜਾਂ ਜਿਸ ਬਾਰੇ ਉਹ ਆਪਣੀ ਰਾਏ ਉਵੇਂ ਹੀ ਬਣਾ ਰਹੇ ਨੇ ਜਿਵੇਂ ਕਿਸੇ ਨੇ ਕਹੀ ਹੈ, ਕਿਸੇ ਜਸਵੰਤ ਸਿੰਘ ਠੇਕੇਦਾਰ ਦਾ ਨਾਂ ਲਿਆ ਜੀ ਜੀ ਇੰਟਰਵਿਊ ਜਿਹਨੇ ਕੋਈ ਦਿੱਤਾ ਜੀ, ਮੈਂ ਸਮਝਦਾ ਵੀ ਇਹ ਦੁਖਦਾਈ ਗੱਲ ਹੈ ਕਿ ਅਸੀਂ ਬਿਨਾਂ ਸੱਚ ਦੀ ਤਹਿ ਤੱਕ ਗਿਆ, ਬਿਨਾਂ ਉਹਨਾਂ ਹਾਲਾਤਾਂ ਦਾ ਨਿਰੀਖਣ ਕੀਤਿਆਂ ਜੀ ਜਿਨ੍ਹਾਂ ਬਾਰੇ ਅਸੀਂ ਗੱਲ ਕਰ ਰਹੇ ਹਾਂ, ਅਸੀਂ ਇਸ ਕਿਸਮ ਦੀਆਂ ਗੱਲਾਂ ਕਰਦੇ ਹਾਂ ਜਿਹੜੀਆਂ ਫਿਰ ਰੈਕਟ 'ਚ ਵੀ ਆ ਜਾਂਦੀਆਂ ਨੇ। ਕੁਝ ਲੋਕ ਫਿਰ ਆਪਣੇ ਗਲਤ ਥੀਸਿਸ ਨੂੰ ਬਿਲਡ ਕਰਨ ਲਈ ਉਹਨੂੰ ਕੋਟ ਵੀ ਕਰਦੇ ਨੇ ਜੀ। ਹੁਣ ਜਿਨ੍ਹਾਂ ਗਿਆਨੀ ਸ਼ੇਰ ਸਿੰਘ ਦਾ ਜ਼ਿਕਰ ਕੀਤਾ ਹੈ ਕਿ ਜੀ 1949 'ਚ ਉਹਨਾਂ ਨੇ ਤੇਜਾ ਸਿੰਘ ਸਮੁੰਦਰੀ ਹਾਲ 'ਚ ਕੀਤਾ, ਉਹਨਾਂ ਦੀ ਤਾਂ 1947 ਤੋਂ ਪਹਿਲਾਂ ਹੀ ਮੌਤ ਹੋ ਗਈ ਜੀ। ਸੋ ਕਿਹੜਾ ਇਕੱਠ ਸਮੁੰਦਰੀ ਹਾਲ 'ਚ ਹੋਇਆ ਹੈ ਤੇ ਕਿਹੜਾ ਗਿਆਨੀ ਸ਼ੇਰ ਸਿੰਘ ਨੇ ਕਿਹਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਗਿਆਨੀ ਸ਼ੇਰ ਸਿੰਘ ਜਿਹੜੇ ਬਲਾਈਂਡ ਸਨ, ਨਬੀਨੇ ਸਨ ਜਿਵੇਂ ਕਿਹਾ ਜਾਂਦਾ ਹੈ ਜੀ ਜੀ, ਸੂਰਮੇ ਅਸੀਂ ਕਹਿੰਦੇ ਆਪਣੀ ਜ਼ੁਬਾਨ 'ਚ ਚੜ੍ਹਦੀ ਕਲਾ 'ਚ ਜੀ। ਉਹਨਾਂ ਨੂੰ ਜਿਹੜਾ ਉਹਨਾਂ ਦੇ ਆਪਣੇ ਵਿਚਾਰ ਸੀ ਸਪਸ਼ਟਤਾ ਦੇ ਨਾਲ ਜੀ, ਉਹ ਹਿੰਦੂਆਂ ਤੋਂ ਵੱਖ ਹੋਣ ਬਾਰੇ ਉਹਨਾਂ ਦੀ ਕ੍ਰਾਂਤੀਕਾਰੀ ਸੋਚ ਸੀ। ਔਰ ਜਿਹੜੀ ਗੱਲ ਉਹਨਾਂ ਨੇ ਉਹਨਾਂ ਦੇ ਨਾਂ ਨਾਲ ਜੋੜ ਕੇ ਸਮੁੰਦਰੀ ਹਾਲ 'ਚ ਕਹੀ ਕਿ ਜੀ ਉਹਨਾਂ ਨੇ ਵੈਸੇ 1930 'ਚ ਇਹ ਗੱਲ ਕਿਤੇ ਲਿਖੀ ਸੀ ਕਿ ਬਈ ਅਸੀਂ ਜ਼ੋਰ ਲਾ ਰਹੇ ਹਾਂ ਇਹ ਕਹਿਣ ਦੇ ਲਈ ਕਿ ਅਸੀਂ ਹਿੰਦੂ ਨਹੀਂ, ਹਿੰਦੂਆਂ ਦਾ ਸਾਰਾ ਜ਼ੋਰ ਲੱਗਾ ਹੋਇਆ ਸਾਨੂੰ ਸਾਬਤ ਕਰਨ ਦੇ ਲਈ ਕਿ ਵੀ ਅਸੀਂ ਹਿੰਦੂ ਹਾਂ। ਤੇ ਜਿਹੜੀ ਗੱਲ ਉਹਨਾਂ ਨੇ ਕਹੀ ਹੈ ਵੀ ਜੇ ਸਿੱਖ ਇਹ ਕਰ ਦੇਣ ਤੇ ਤੁਸੀਂ ਕਹੋਗੇ ਵੀ ਅਸੀਂ ਹਿੰਦੂ ਹਾਂ
ਤੇ ਉਹਨਾਂ ਨੇ ਕਹਿਣਾ ਵੀ ਨਹੀਂ ਨਹੀਂ ਇਹ ਹਿੰਦੂ ਨਹੀਂ ਹੈਗੇ ਜੀ। ਸੋ ਇਹ ਇੱਕ ਆਈਡੀਆ ਹੈ ਜਿਹੜਾ ਉਹਨਾਂ ਨੇ ਕਿਹਾ ਜਾਂ ਫਲੋਟ ਕੀਤਾ, ਪਰ ਹੁਣ ਇਹ ਗੱਲ ਤਾਂ 80 ਸਾਲ ਪਹਿਲਾਂ ਹੋਈ ਹੋਏਗੀ ਜੀ। ਅੱਜ 90% ਤੋਂ ਜ਼ਿਆਦਾ ਥਾਵਾਂ ਤੇ ਉਹ ਯੂਥ ਕੈਂਪ ਹੋਣ, ਤੁਹਾਡੀਆਂ ਡਿਸਕਸ਼ਨਸ ਹੋਣ, ਮਾਸ ਖਾਣ ਦੇ ਉੱਤੇ ਜਿਹੜਾ ਜਾਂ ਨਾ ਖਾਣ ਦੇ ਉੱਤੇ ਡਿਬੇਟ ਹੁੰਦੀ ਹੈ। ਸਵਾਲ ਇਹ ਹੁੰਦਾ ਜਾਇਜ਼ ਹੈ ਕਿ ਜੀ ਨਹੀਂ ਜਾਇਜ਼ ਹੈ। ਜੀ ਜੀ। ਤੇ ਜਿਹੜੀ ਉਹ ਗਊਆਂ ਮਾਰਨ ਦੀ ਗੱਲ ਕਰਦੇ ਨੇ, ਪਹਿਲਾਂ ਅੱਜ 90 ਸਾਲ ਬਾਅਦ ਇਸ ਕਿਸਮ ਦੀ ਗੱਲ ਕੋਈ ਕਰਕੇ ਦਿਖਾਏ ਤੇ ਫਿਰ ਉਹਦੀ ਐਕਸੈਪਟੈਂਸ ਲੈ ਕੇ ਦਿਖਾਏ। ਮਾਸਟਰ ਤਾਰਾ ਸਿੰਘ ਦਾ ਛੱਡ ਦਿਓ, ਉਹ ਤਾਂ ਹਿੰਦੂਆਂ ਚੋਂ ਆਇਆ ਸੀ, ਉਹ ਨਹੀਂ ਮੰਨਿਆ। ਜਿਹੜੇ ਬਾਕੀ ਨੇ ਉਹਨਾਂ ਨੂੰ ਜ਼ਰਾ ਮਨਾ ਕੇ ਦਿਖਾਓ ਕਿ ਵੀ ਇਹ ਗੱਲ ਕੋਈ ਮੰਨਣ ਯੋਗ ਹੈ ਜਾਂ ਇਸ ਗੱਲ ਨੂੰ ਕੋਈ ਐਕਸੈਪਟ। ਅੱਜ ਵੀ ਸਭ ਤੋਂ ਵੱਡੇ ਰਾਖੇ ਪੰਜਾਬ 'ਚ ਹੁੰਦੇ ਨੇ, ਕੋਈ ਬੁੱਚੜ ਲੈ ਕੇ ਜਾ ਰਹੇ ਹੁੰਦੇ ਨੇ ਗਾਵਾਂ ਨੂੰ ਟਰੱਕਾਂ 'ਚ, ਤਾਂ ਉੱਥੇ ਜਾ ਕੇ ਛਡਾਣ ਤੱਕ ਜਾਂਦੇ ਨੇ। ਗਊ ਮਾਵਾਂ ਦੀ ਯਾਦਗਾਰ ਪੰਜਾਬ ਅਸੈਂਬਲੀ ਦੇ ਵਿੱਚ ਮਤਾ ਪਾਸ ਕਰਕੇ ਉਹਨਾਂ ਦੇ ਸ਼ੌਕ ਦਾ ਉਹ ਪੰਜਾਬ ਦਾ ਮੁੱਖ ਮੰਤਰੀ ਬਣਾਉਂਦੇ ਜੀ। ਸੋ ਜਿਹੜੀ ਗੱਲ ਹੁਣ ਮਾਸਟਰ ਤਾਰਾ ਸਿੰਘ ਨੂੰ ਇਸ ਲਈ ਦੋਸ਼ ਦੇਣਾ ਕਿ ਜੀ ਉਹ ਹਿੰਦੂਆਂ 'ਚੋਂ ਆਇਆ, ਹੁਣ ਅੱਜ ਇਹ ਸਾਰੇ ਬਾਦਲ, ਬਰਨਾਲੇ, ਤਲਵੰਡੀ, ਇਹ ਟੌੜੇ, ਇਹ ਤਾਂ ਹਿੰਦੂਆਂ 'ਚੋਂ ਨਹੀਂ ਸੀ ਆਏ ਜੀ ਜੀ। ਜਾਂ ਜਿਹੜੇ ਅੱਜ ਤੁਰੇ ਫਿਰ ਰਹੇ ਨੇ ਇਹ ਤਾਂ ਸਾਰੇ ਬੜੇ ਪੱਕੇ, ਕਈ ਜਨਰੇਸ਼ਨਾਂ ਦੇ ਆਪਣੇ ਆਪ ਨੂੰ ਸਿੱਖ ਕਬੂਲ ਕਰਦੇ ਨੇ। ਇਹਨਾਂ ਦੀ ਗਦਾਰੀ ਨੂੰ ਤੁਸੀਂ ਕਿਵੇਂ ਜਸਟੀਫਾਈ ਕਰੋਗੇ? ਜੀ ਜੀ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਮਾਸਟਰ ਤਾਰਾ ਸਿੰਘ ਨੇ 1947 ਦੇ ਵਿੱਚ, ਇਕੱਲੇ ਮਾਸਟਰ ਤਾਰਾ ਸਿੰਘ ਨੇ ਨਹੀਂ, ਉਸ ਦੌਰ ਦੀ ਲੀਡਰਸ਼ਿਪ, ਗਿਆਨੀ ਕਰਤਾਰ ਸਿੰਘ ਪ੍ਰਧਾਨ ਸੀ 1947 'ਚ ਜੀ, ਅਕਾਲੀ ਦਲ ਦਾ, ਬਲਦੇਵ ਸਿੰਘ ਇਹਨਾਂ ਦਾ ਨੁਮਾਇੰਦਾ ਸੀ ਜਿਹੜਾ ਗੋਲਮੇਜ਼ ਕਾਨਫਰੰਸਾਂ ਦੇ ਵਿੱਚ ਵੀ ਕਰਦਾ ਰਿਹਾ। ਜੀ ਜੀ। ਇਹ ਸਾਰੇ ਭੰਬਲ ਭੂਸੇ ਦਾ ਸ਼ਿਕਾਰ ਸਨ। ਕੌਮ ਦੇ ਵਿੱਚ ਵੀ ਕੋਈ ਅਵੇਅਰਨੈਸ ਇਸ ਲੈਵਲ ਦੀ ਨਹੀਂ ਸੀ। ਹਿੰਦੂਆਂ ਨਾਲੋਂ ਅਸੀਂ ਕਲਚਰਲੀ ਆਪਣੇ ਆਪ ਨੂੰ ਸੈਪਰੇਟ ਨਹੀਂ ਸੀ ਕੀਤਾ ਹੋਇਆ ਜੀ। ਇੱਕ ਭੰਬਲ ਭੂਸੇ ਕਨਫਿਊਜ਼ਨ ਵਾਲੀ ਸਿਚੁਏਸ਼ਨ ਸੀ। ਲੀਡਰਸ਼ਿਪ ਸਮੇਂ ਦੀ ਹਾਣ ਦੀ ਨਹੀਂ ਸੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਜੀ ਜੀ। ਔਰ ਇਹਨਾਂ ਨੇ ਜਿਹੜਾ ਉਸ ਕੌਮ ਦੇ ਨਾਲ ਜਿਹੜੀ ਦੇ ਕੋਲ ਇੱਕ ਚਾਂਸ ਸੀ ਕੁਝ ਕਰਨ ਦਾ, ਕਾਸ਼ ਸਾਡੇ ਕੋਲ ਕੋਈ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾ ਹੁੰਦਾ, ਜੀ ਜੀ, ਦੂਰਦਰਸ਼ੀ ਜਿਹੜਾ ਦੇਖ ਸਕਦਾ। ਮਾਸਟਰ ਤਾਰਾ ਸਿੰਘ ਹੋਏ, ਗਿਆਨੀ ਕਰਤਾਰ ਸਿੰਘ ਹੋਏ, ਬਲਦੇਵ ਸਿੰਘ ਹੋਏ, ਇਹ ਐਵਰੇਜ ਕਿਸਮ ਦੇ ਲੀਡਰ ਸੀ। ਇਹਨਾਂ 'ਚ ਕੋਈ ਸਟੇਟਸਮੈਨ ਨਹੀਂ ਸੀ। ਉਧਰ ਗਾਂਧੀ, ਨਹਿਰੂ ਜਾਂ ਜਿਨ੍ਹਾਂ ਵਰਗੇ ਬੜੇ ਘਾਗ ਜਿਹੜੇ ਨੇ ਸਟੇਟਸਮੈਨ ਲਾਈਕ ਲੋਕ ਸੀ। ਸੋ ਉਸ ਭੰਬਲ ਭੂਸੇ 'ਚੋਂ ਡਿਸਾਈਡ ਨਹੀਂ ਕਰ ਸਕੇ ਵੀ ਕੀ ਕਰਨਾ ਹੈ। ਉਹ ਗਾਂਧੀ ਦਾ ਮੰਤਰੀ ਪੜ੍ਹਦੇ ਰਹੇ ਕਿ ਜੇ ਅਸੀਂ ਦੇਸ਼ ਦੀ ਵੰਡ ਨਹੀਂ ਹੋਣ ਦੇਣੀ, ਇਹ ਨਹੀਂ ਬਣ। ਗਾਂਧੀ ਕਹਿੰਦਾ ਸੀ ਮੇਰੀ ਲਾਸ਼ ਤੇ ਬਣੇਗਾ ਪਾਕਿਸਤਾਨ। ਸੋ ਉਹਨਾਂ ਹਾਲਾਤਾਂ 'ਚ ਜੇ ਅੱਜ ਹੁਣ ਜੂਨ 84 ਦਾ ਘੱਲੂਘਾਰਾ ਵਾਪਰ ਕੇ ਹਟਿਆ, ਹੁਣ ਤਾਂ ਹਿੰਦੂਆਂ ਦਾ ਅਸਲੀ ਚਿਹਰਾ ਅਸੀਂ ਦੇਖ ਲਿਆ। 47 ਤਾਂ ਕਨਫਿਊਜ਼ਨ ਸੀ ਕਿ ਵੀ ਉਹ ਕੀ ਉਹਨਾਂ ਦਾ ਅਸਲੀ ਚਿਹਰਾ। ਹੁਣ ਦੇਖ ਲਓ ਸਿੱਖਾਂ ਦਾ ਹਾਲ ਕਿੰਨਾ। ਸਾਰੇ ਬਾਦਲ ਕਹਿ ਦੂਜਿਆਂ ਨੂੰ ਮਨਾ ਕੇ ਦਿਖਾਓ। ਅਕਾਲੀ ਇੱਕ ਵਾਰੀ ਇੱਕ ਅਕਾਲੀ ਵੱਡੇ ਲੀਡਰ ਨਾਲ ਇਸ ਗੱਲ ਦੇ ਉੱਤੇ ਗੁਫ਼ਤਗੂ ਹੋਈ, ਉਹ ਕਹਿੰਦੇ ਜੀ 47 ਦੇ ਵਿੱਚ ਕੋਈ ਥਾਂ ਨਹੀਂ ਸੀ, ਕੋਈ ਬਣਦਾ ਨਹੀਂ ਸੀ ਇਲਾਕਾ ਕਿਤੇ ਮੈਜੋਰਿਟੀ ਹੋਣ। ਮੈਂ ਕਿਹਾ ਜੀ ਹੁਣ ਤਾਂ ਹੈ ਤੁਹਾਡੇ ਕੋਲ ਮੈਜੋਰਿਟੀ ਇਲਾਕਾ, ਉਦੋਂ ਨਹੀਂ ਕਿਹਾ ਹੁਣ ਕਹਿ ਦਿਓ। ਸੋ ਇਹ ਕੌਮ ਵੀ ਤਿਆਰ ਨਹੀਂ ਸੀ, ਉਦੋਂ ਵੀ ਨਹੀਂ ਸੀ। ਅੱਜ 1.5 ਲੱਖ ਸ਼ਹੀਦੀਆਂ ਤੋਂ ਬਾਅਦ ਵੀ ਇੱਕ ਵੱਡਾ ਹਿੱਸਾ ਸਾਡਾ ਜਿਹੜਾ ਉਹ ਭਾਰਤ ਮਾਤਾ ਦੀ ਕੱਛ ਚੋਂ ਨਹੀਂ ਨਿਕਲਣਾ ਚਾਹੁੰਦਾ। ਉਹਨਾਂ ਦੇ ਆਪਣੇ ਮਫਾਦ ਨੇ। ਸੋ ਮੈਂ ਸਮਝਦਾ ਵੀ ਇਹ ਜਿਹੜਾ ਇਸ ਕਿਸਮ ਦੀ ਮਿਸ ਇਨਫੋਰਮੇਸ਼ਨ ਦਿੰਦੇ ਨੇ, ਇਹ ਜਸਟਿਸ ਨਹੀਂ ਕਰ ਰਹੇ ਉਸ ਦੌਰ ਦੀ ਲੀਡਰਸ਼ਿਪ ਨਾਲ ਵੀ ਔਰ ਵੈਸੇ ਵੀ, ਕਿਉਂਕਿ ਅਲਟੀਮੇਟਲੀ ਇਹ ਫੈਕਟ ਨਹੀਂ ਹੈ ਜਿਹੜੀ ਗੱਲ ਨੂੰ ਉਹਨਾਂ ਨੇ ਕਿਹਾ। ਜੀ ਡਾਕਟਰ ਸਾਹਿਬ, ਇੱਥੇ ਲੈਣਾ ਇੱਕ ਛੋਟਾ ਜਿਹਾ ਬ੍ਰੇਕ। ਵੀਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।